ਹੈਲੋ ਸਟੂਡੈਂਟ, ਮੈਂ ਅਮਨਦੀਪ। ਅੱਜ ਦੇ ਇਸ ਲੈਕਚਰ ਵਿੱਚ ਤੁਹਾਡੇ ਨਾਲ ਪੰਜਾਬੀ ਸੂਫੀ ਦੇ ਅਜਿਹੇ ਸ਼ਾਇਰ ਬਾਰੇ ਗੱਲ ਕਰਾਂਗੀ ਜਿਸ ਨੇ ਆਪਣੀਆਂ ਲਿਖਤਾਂ ਰਾਹੀਂ ਧਾਰਮਿਕ ਕਰਮਕਾਂਡਾਂ ਸਮਾਜ ਉੱਪਰ ਅਜਿਹੀਆਂ ਚੋਟਾਂ ਮਾਰੀਆਂ ਨੇ ਜੋ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਨੇ। ਅੱਜ ਦੇ ਇਸ ਲੈਕਚਰ ਵਿੱਚ ਪੰਜਾਬੀ ਦੇ ਮਕਬੂਲ ਸੂਫੀ ਸ਼ਾਇਰ ਬਾਬਾ ਬੁੱਲੇ ਸ਼ਾਹ ਬਾਰੇ ਗੱਲ ਕਰਾਂਗੇ। ਬਾਬਾ ਬੁੱਲੇ ਸ਼ਾਹ ਦੀ ਜ਼ਿੰਦਗੀ ਤੇ ਰਚਨਾ ਤੇ ਝਾਤ ਮਾਰਨ ਤੋਂ ਪਹਿਲਾਂ ਉਹਨਾਂ ਦੀ ਕਲਾਮ ਵਿੱਚੋਂ ਉਚਾਰੀਆਂ ਗਈਆਂ ਕੁਝ ਕਾਵਿ ਸਤਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਜਿਵੇਂ ਆਪ ਲਿਖਦੇ ਹਨ, ਹਾਜੀ ਲੋਕ ਮੱਕੇ ਨੂੰ ਜਾਂਦੇ, ਅਸਾਂ ਜਾਣਾ ਤਖਤ ਹਜ਼ਾਰੇ, ਕਿਤਵਲ ਯਾਰ ਉਤੇਬਲ ਕਾਬਾ, ਭਾਵੇਂ ਫੋਲ ਕਿਤਾਬਾਂ ਚਾਰੇ। ਇਹ ਬੁੱਲੇ ਸ਼ਾਹ ਦੀਆਂ ਲਿਖੀਆਂ ਹੋਈਆਂ ਕਾਵਿ ਸਤਰਾਂ ਸਨ। ਬੁੱਲੇ ਸ਼ਾਹ ਸੂਫੀ ਕਾਵਿਧਾਰਾ ਨਾਲ ਸੰਬੰਧ ਰੱਖਦੇ ਸਨ। ਜ਼ਿੰਦਗੀ ਤੇ ਰਚਨਾ ਦੇ ਅਹਿਮ ਪਹਿਲੂਆਂ ਤੇ ਵਿਚਾਰ ਚਰਚਾ ਕਰਦੇ ਹਾਂ। ਬਾਬਾ ਬੁੱਲੇ ਸ਼ਾਹ ਪੰਜਾਬ ਦਾ ਮਸ਼ਹੂਰ ਸੂਫੀ ਦਰਵੇਸ਼ ਅਤੇ ਪੰਜਾਬੀ ਮਹਾਨ ਕਵੀ ਹੈ। ਉਸ ਨੇ ਪੰਜਾਬੀ ਵਿੱਚ ਬਹੁਤ ਸਾਰੀ ਕਵਿਤਾਵਾਂ ਦੀ ਰਚਨਾ ਕੀਤੀ, ਪਰ ਉਸ ਦੀਆਂ ਲਿਖੀਆਂ ਕਾਫੀਆਂ ਬਹੁਤ ਪ੍ਰਸਿੱਧ ਹਨ। ਬੁੱਲੇ ਸ਼ਾਹ ਦਾ ਜਨਮ ਲਾਹੌਰ ਜ਼ਿਲ੍ਹੇ ਦੇ ਇੱਕ ਪਿੰਡ ਪਾਂਡੋਕੇ ਵਿਖੇ 1680 ਈਸਵੀ ਵਿੱਚ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ। ਬੁੱਲੇ ਸ਼ਾਹ ਦਾ ਅਸਲ ਨਾਮ ਅਬਦੁੱਲਾ ਸੀ ਅਤੇ ਪਿੱਛੋਂ ਉਸ ਨੂੰ ਕਈ ਨਾਵਾਂ ਨਾਲ ਵੀ ਜਾਣਿਆ ਜਾਣ ਲੱਗਾ। ਕੋਈ ਬੁੱਲੇ ਸ਼ਾਹ ਨੂੰ ਸਾਈ ਬੁੱਲੇ ਸ਼ਾਹ, ਕੋਈ ਬਾਬਾ ਬੁੱਲੇ ਸ਼ਾਹ ਜਾਂ ਕੇਵਲ ਬੁੱਲਾ ਕਹਿ ਕੇ ਹੀ ਸੱਦਿਆ ਕਰਦੇ ਸਨ। ਆਪਣੇ ਅਸਲ ਨਾਮ ਵੱਲ ਬੁੱਲੇ ਨੇ ਆਪਣੀ ਕਲਾਮ ਵਿੱਚ ਵੀ ਕਈ ਸੰਕੇਤ ਦਿੱਤੇ ਹਨ। ਜਿਵੇਂ 40ਵੀਂ ਗੰਢ ਦੇ ਅੰਤ ਉੱਪਰ ਉਹ ਕਹਿੰਦਾ ਹੈ, ਹੁਣ ਇਨ ਅੱਲਾ ਆਖ ਕੇ ਤੁਮ ਕਰੋ ਦੁਆਈ, ਪੀਆ ਹੀ ਸਭ ਹੋ ਗਿਆ ਅਬਦੁੱਲਾ ਨਹੀਂ। ਬੁੱਲੇ ਸ਼ਾਹ ਨੇ ਆਪਣੀ ਸੰਸਾਰੀ ਸਿੱਖਿਆ ਕਸੂਰ ਦੇ ਮੌਲਵੀ ਗੁਲਾਮ ਮੁਰਤਜ਼ਾ ਕੋਲੋਂ ਸੰਸਾਰੀ ਸਿੱਖਿਆ ਪ੍ਰਾਪਤ ਕੀਤੀ। ਇੱਕ ਦਿਨ ਜਦੋਂ ਉਹ ਬਟਾਲੇ ਪੁੱਜਾ ਤਾਂ ਮੈਂ ਅੱਲਾ ਹਾਂ ਕਹਿਣ ਲੱਗ ਪਿਆ। ਲੋਕ ਉਸ ਨੂੰ ਬਟਾਲੇ ਦੇ ਸੂਫੀ ਸ਼ੇਖ ਫਿਰਜ਼ਾਲੂਦੀਨ ਕੋਲ ਲੈ ਗਏ। ਉਸਨੇ ਕਿਹਾ, ਫਿਰਜ਼ਾਲੂਦੀਨ ਨੇ ਕਿਹਾ, ਠੀਕ ਹੀ ਤਾਂ ਬੁੱਲਾ ਕਹਿ ਰਿਹਾ ਹੈ, ਇਹ ਹਲੇ ਅੱਲਾ ਭਾਵ ਕੱਚਾ ਹੈ। ਇਸ ਤੋਂ ਬਾਅਦ ਬੁੱਲੇ ਨੂੰ ਲਾਹੌਰ ਦੇ ਪ੍ਰਸਿੱਧ ਸੂਫੀ ਫਕੀਰ ਸ਼ਾਹ ਅਨਾਇਤ ਕਾਦਰੀ ਕੋਲ ਭੇਜ ਦਿੱਤਾ ਗਿਆ। ਬੁੱਲੇ ਸ਼ਾਹ ਨੇ ਜਦੋਂ ਉਸ ਕੋਲੋਂ ਰੂਹਾਨੀ ਸਿੱਖਿਆ ਦੀ ਦਾਤ ਮੰਗੀ ਤਾਂ ਕਹਿੰਦੇ ਨੇ ਕਾਦਰੀ ਸਾਹਿਬ ਉਸ ਵੇਲੇ ਗੰਢਿਆਂ ਦੀ ਪਨੀਰੀ ਲਾ ਰਹੇ ਸਨ। ਉਹਨਾਂ ਬੁੱਲੇ ਸ਼ਾਹ ਨੂੰ ਕਿਹਾ, ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਉੱਧਰ ਲਾਉਣਾ। ਭਾਵ ਉਹਨਾਂ ਨੇ ਆਪਣੀ ਜਿਹੜੀ ਸੰਸਾਰੀ ਸਿੱਖਿਆ ਉਹ ਕਿਹਦੇ ਤੋਂ ਪ੍ਰਾਪਤ ਕੀਤੀ? ਗੁਲਾਮ ਮੁਰਤਜ਼ਾ ਕੋਲੋਂ। ਤੇ ਰੂਹਾਨੀ ਸਿੱਖਿਆ ਦੀ ਦਾਤ ਕਿਸ ਤੋਂ ਮੰਗੀ ਸੀ? ਆਪਣੇ ਗੁਰੂ ਕਾਦਰੀ ਸਾਹਿਬ, ਕਿਹੜੇ? ਸ਼ਾਹ ਅਨਾਇਤ ਕਾਦਰੀ ਕੋਲੋਂ। ਠੀਕ ਹੈ। ਬੁੱਲੇ ਸ਼ਾਹ ਨੇ ਆਪਣੇ ਪੂਰਵਕਾਲੀ ਸੂਫੀ ਕਵੀਆਂ ਤੋਂ ਵੀ ਬਹੁਤ ਕੁਝ ਲਿਆ ਅਤੇ ਆਪਣੇ ਪਾਰਕਾਲੀ ਸੂਫੀ ਕਵੀਆਂ ਨੂੰ ਵੀ ਬਹੁਤ ਕੁਝ ਦਿੱਤਾ ਹੈ। ਬੁੱਲੇ ਸ਼ਾਹ ਦਾ ਸਮਾਂ ਮੁਗਲ ਰਾਜ ਦੀ ਢਹਿੰਦੀ ਕਲਾ ਦਾ ਸਮਾਂ ਸੀ। ਬੁੱਲੇ ਸ਼ਾਹ ਨੂੰ ਤੀਜੇ ਪੜਾਅ ਦਾ ਸੂਫੀ ਕਵੀ ਵੀ ਮੰਨਿਆ ਜਾਂਦਾ ਹੈ, ਜਿਹੜਾ ਕਿ ਉੱਤਰ ਮੁਗਲ ਕਾਲ ਜਾਂ ਉੱਤਰ ਨਾਨਕ ਕਾਲ ਨਾਲ ਸੰਬੰਧ ਰੱਖਦਾ ਹੈ। ਇਸ ਕਾਲ ਨੂੰ ਪਛਲੇਰਾ ਮੁਗਲ ਕਾਲ ਜਾਂ ਪਛਲੇਰਾ ਨਾਨਕ ਕਾਲ ਵੀ ਕਿਹਾ ਜਾਂਦਾ ਹੈ। ਬੁੱਲੇ ਸ਼ਾਹ ਨੇ ਆਪਣੀ ਸੂਫੀ ਵਿਚਾਰਾਂ ਕਾਰਨ ਸ਼ਰਅ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਉਸ ਨੇ ਸ਼ਰਅ ਦੀ ਵਿਰੋਧਤਾ ਵਿੱਚ ਬਹੁਤ ਖੁੱਲ੍ਹ ਜਾਣ ਉੱਤੇ ਉਸਦੇ ਮੁਰਸ਼ਦ ਸ਼ਾਹ ਅਨਾਇਤ ਨੇ ਉਸ ਨੂੰ ਆਪਣੇ ਡੇਰੇ ਵਿੱਚੋਂ ਵੀ ਕੱਢ ਦਿੱਤਾ ਸੀ। ਮੁਰਸ਼ਦ ਦੇ ਵਿਛੋੜੇ ਨਾਲ ਬੁੱਲਾ ਤੜਫ ਉੱਠਿਆ ਤੇ ਉਹ ਤਰਲਿਆਂ ਨਾਲ ਗਾਉਣ ਲੱਗਾ, ਬੋੜੀ ਵੇ ਤਬੀਬਾ ਮੇਰੀ ਜਿੰਦ ਗਈ ਆ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ। ਬੁੱਲੇ ਸ਼ਾਹ ਬਾਰੇ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨ ਨੇ ਵੀ ਉਸ ਦੀ ਕਾਵਿ ਯਾਤਰਾ ਦੇ 3 ਪੜਾਅ ਮੰਨੇ ਹਨ। ਪਹਿਲਾ ਪੜਾਅ ਤੇ ਉਹ ਸ਼ਾਹ ਅਨਾਇਤ ਦੀ ਮੁਰੀਦੀ ਕਰਦਾ ਹੈ ਅਤੇ ਉਸ ਤੋਂ ਸੂਫੀ ਵਿਦਿਆ ਅਤੇ ਸੂਫੀ ਸਿਧਾਂਤਾਂ ਬਾਰੇ ਜਾਣਕਾਰੀ ਲੈਂਦਾ ਹੈ। ਬੁੱਲੇ ਸ਼ਾਹ ਦਾ ਮੁਰਸ਼ਦ ਸ਼ੇਖ ਫਰੀਦ ਦੀ ਵਿਚਾਰਧਾਰਾ ਵਾਲਾ ਸੂਫੀ ਕਵੀ ਸੀ। ਇਸ ਅਵਸਥਾ ਤੇ ਪਹੁੰਚ ਕੇ ਸ਼ਾਹ ਅਨਾਇਤ ਦੀ ਵਿਚਾਰਧਾਰਾ ਨੂੰ ਆਪਣੇ ਕਲਾਮ ਵਿੱਚ ਪੇਸ਼ ਕਰਦਾ ਹੈ। ਬੁੱਲੇ ਸ਼ਾਹ ਲਿਖਦਾ ਹੈ, ਮੇਰਾ ਮੁਰਸ਼ਦ ਸ਼ਾਹ ਅਨਾਇਤ ਉਹ ਲੰਘਾਵੇ ਪਾਰ। ਅੱਗੇ ਲਿਖਦਾ ਹੈ, ਇਸ ਅਵਸਥਾ ਤੇ ਉਹ ਸ਼ੇਖ ਫਰੀਦ ਵਾਂਗ ਸਵੇਰੇ ਉੱਠ ਨਮਾਜ਼ ਕਰਨ ਲਈ ਵੀ ਆਖਦਾ ਹੈ, ਇੱਕ ਰੋਜ਼ ਜਹਾਨੋਂ ਜਾਣਾ ਜਾਂ ਕਬਰੇ ਵਿੱਚ ਸਮਾਣਾ, ਤੇਰਾ ਗੋਸ਼ਤ ਕੀੜਿਆਂ ਖਾਣਾ, ਕਰ ਚੇਤਾ ਮਨੋਂ ਵਿਸਾਰ ਨਹੀਂ, ਉੱਠ ਜਾਗ ਘਰਾੜੇ ਮਾਰ ਨਹੀਂ। ਇਹ ਸੀ ਬੁੱਲੇ ਸ਼ਾਹ ਦੀ ਪਹਿਲੇ ਪੜਾਅ ਦੀ ਅਵਸਥਾ, ਜਦੋਂ ਉਸ ਨੂੰ ਆਪਣੇ ਕਾਦਰੀ ਸ਼ਾਹ ਅਨਾਇਤ ਦੀ ਮੁਰੀਦੀ ਹਾਸਲ ਹੁੰਦੀ ਹੈ। ਠੀਕ ਹੈ। ਦੂਜੇ ਪੜਾਅ ਤੇ ਇਹ ਡਾਕਟਰ ਲਾਜਵੰਤੀ ਰਾਮਾ ਕ੍ਰਿਸ਼ਨ ਨੇ ਕਿਹਾ ਕਿ ਉਹਦੀ ਜਿਹੜੀ ਕਾਵਿ ਯਾਤਰਾ ਦੇ 3 ਪੜਾਅ
ਉਹ ਪਹਿਲੇ ਪੜਾਅ ਵਿੱਚ ਕੀ ਹੈ, ਸ਼ਾਹ ਅਨਾਇਤ ਸ਼ਾਹ ਨੂੰ ਆਪਣਾ ਕੀ ਹੈ ਗੁਰੂ ਧਾਰਨ ਕਰਦਾ ਤੇ ਉਹਦੇ ਤੋਂ ਕੀ ਹੈ ਮੁਰੀਦੀ ਪ੍ਰਾਪਤ ਕਰਦਾ। ਦੂਜੀ ਅਵਸਥਾ ਵਿੱਚ ਉਹ ਕੀ ਹੈ, ਦੂਸਰੀ ਅਵਸਥਾ ਉੱਤੇ ਬੁੱਲੇ ਸ਼ਾਹ ਕੀ ਹੈ ਭਾਰਤੀ ਅਧਿਆਤਮਵਾਦ ਦੇ ਦ੍ਰਿਸ਼ਟੀਕੋਣ ਨੂੰ ਅੰਗੀਕਾਰ ਕਰਦਾ ਅਤੇ ਵੈਸ਼ਨਵ ਮਤ ਦੇ ਵਿਧਾਨ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਅਵਸਥਾ ਤੇ ਪਹੁੰਚ ਕੇ ਉਸ ਦੀ ਆਪਣੇ ਗੁਰੂ ਸ਼ਾਹ ਅਨਾਇਤ ਨਾਲੋਂ ਵੱਖਰੀ ਵਿਚਾਰਧਾਰਾ ਬਣਨੀ ਸ਼ੁਰੂ ਹੋ ਜਾਂਦੀ ਹੈ। ਉਹ ਕੀ ਹੈ, ਇਸ ਪੜਾਅ ਤੇ ਆ ਕੇ ਸ਼ਰ੍ਹਾ ਦਾ ਵਿਰੋਧ ਕਰਦਾ ਹੈ, ਤਾਂ ਇਸ ਕਰਕੇ ਉਸ ਨੂੰ ਕੀ ਆ ਇੱਥੇ ਆਪਣੇ ਗੁਰੂ ਦੇ ਵਿਰੁੱਧ ਬੋਲਦਾ ਹੈ। ਗੁਰੂ ਦੇ ਵਿਰੁੱਧ ਨਹੀਂ, ਭਾਵ ਕਹਿ ਸਕਦੇ ਵੀ ਗੁਰੂ ਦੀ ਜਿਹੜੀ ਵਿਚਾਰਧਾਰਾ ਉਹਦੇ ਉਲਟ ਵਿਚਾਰਧਾਰਾ ਗ੍ਰਹਿਣ ਕਰਦਾ ਹੈ। ਤੀਸਰੀ ਅਵਸਥਾ ਉਹ ਹੈ ਜਿਸ ਵਿੱਚ ਉਹ ਹਰੇਕ ਧਰਮ ਜਾਂ ਵਿਚਾਰਧਾਰਾ ਤੋਂ ਉੱਪਰ ਉੱਠ ਕੇ ਸਭ ਸੰਸਾਰ ਅਤੇ ਜੀਵਾਂ ਵਿੱਚ ਰੱਬ ਦਾ ਦੀਦਾਰ ਕਰਦਾ ਹੈ। ਇਸ ਅਵਸਥਾ ਤੇ ਪਹੁੰਚ ਕੇ ਉਸ ਦੀ ਕਾਵ ਕਲਾ ਅਤੇ ਵਿਚਾਰਧਾਰਾ ਵਧੇਰੇ ਨਿਖਰ ਕੇ ਸਾਹਮਣੇ ਆਉਂਦੀ ਹੈ। ਆਪ ਲਿਖਦਾ ਹੈ, ਬਿੰਦਰਾ ਬਨਮੇ ਗਊ ਚਰਾਵੇ, ਲੰਕਾ ਸਾੜ ਕੇ ਨਾਦ ਵਜਾਵੇ, ਮੱਕੇ ਦਾ ਹਾਜੀ ਬਣ ਆਵੇ, ਵਾਹ ਵਾਹ ਰੰਗ ਬਟਾਈ ਦਾ, ਕਾਹਨੂੰ ਆਪਣਾ ਆਪ ਛਪਾਈ ਦਾ। ਬੁੱਲਿਆ ਸ਼ਾਹ ਜਦੋਂ ਘੱਟ ਘੱਟ ਵਿੱਚ ਵਸਦੇ ਰੱਬ ਦੀਆਂ ਰਮਜ਼ਾਂ ਦੀ ਸੋਝੀ ਹੋ ਜਾਂਦੀ ਹੈ ਤਾਂ ਉਹ ਕਾਜ਼ੀਆਂ, ਮੁੱਲਾਂ, ਸੇਖਾਂ ਤੇ ਕਰਮਕਾਂਡਾਂ ਅਤੇ ਪਖੰਡਾਂ ਨੂੰ ਗੌਰ ਨਾਲ ਤੱਕਦਾ ਹੈ। ਉਸ ਨੂੰ ਅਹਿਸਾਸ ਹੁੰਦਾ ਹੈ, ਐਵੇਂ ਮੱਥਾ ਜਿਵੇਂ ਕਸਾਈ ਦਾ, ਲੰਮੇ ਪੈ ਮਹਿਰਾਬ ਦਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ। ਭਾਵੇਂ ਇੱਥੇ ਉਹ ਕੀ ਆ, ਕਾਜ਼ੀਆਂ, ਮੁੱਲਾਂ, ਸੇਖਾਂ ਤੇ ਕਰਮਕਾਂਡਾਂ ਅਤੇ ਪਖੰਡਾਂ ਨੂੰ ਪੂਰੇ ਗੌਰ ਨਾਲ ਤੱਕਦਾ ਹੈ ਤੇ ਆਪਣੇ ਆਪ ਤੇ ਹੱਸਦਾ ਵੀ ਹੈ। ਵੀ ਉਹ ਇੱਥੇ ਕੀ ਆ, ਉਹ ਕਹਿੰਦਾ ਐਵੇਂ ਮੱਥਾ ਜਿਵੇਂ ਘਸਾਈ ਦਾ, ਲੰਮੇ ਪੈ ਮਹਿਰਾਬ ਦਿਖਾਈ ਦਾ, ਪੜ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ। ਵੀ ਭਾਵ ਇੱਥੇ ਉਹ ਕੀ ਆ, ਇਹਨਾਂ ਜਿਹੜੇ ਕਾਜੀ, ਮੁੱਲਾ, ਸੇਖਾਂ ਤੇ ਕਰਮਕਾਂਡਾਂ ਤੇ ਇੱਕ ਵਿਰੋਧ ਪ੍ਰਗਟ ਕਰਦਾ ਹੈ। ਅੱਗੇ ਬੁੱਲੇ ਸ਼ਾਹ ਜਿਹੜਾ ਉਹ ਆਪਣੇ ਸੂਫੀ ਵਿਚਾਰਾਂ ਕਾਰਨ ਹੀ ਸ਼ਰ੍ਹਾ ਦੀ ਕੋਈ ਪਰਵਾਹ ਨਹੀਂ ਸੀ ਕਰਦਾ। ਉਸ ਦੇ ਸ਼ਰ੍ਹਾ ਦੀ ਵਿਰੋਧਤਾ ਵਿੱਚ ਬਹੁਤ ਖੁੱਲ੍ਹ ਜਾਣ ਉੱਤੇ ਮੁਰਸ਼ਦ ਅਨਾਇਤ ਸ਼ਾਹ ਨੇ ਉਸ ਨੂੰ ਆਪਣੇ ਡੇਰੇ ਵਿੱਚੋਂ ਵੀ ਕੱਢ ਦਿੱਤਾ ਸੀ। ਮੁਰਸ਼ਦ ਦੇ ਵਿਛੋੜੇ ਨਾਲ ਬੁੱਲੇ ਸ਼ਾਹ ਤੜਫ ਉੱਠਿਆ ਤੇ ਉਹ ਤਰਲਿਆਂ ਨਾਲ ਗਾਉਣ ਲੱਗਾ, ਬੋੜੀ ਵੇ ਤਬੀਬਾ ਮੇਰੀ ਜਿੰਦ ਗਈ ਆ, ਤੇਰੇ ਇਸ਼ਕ ਨਚਾਇਆ ਕਰ ਥਈਆਂ ਥਈਆਂ। ਬੁੱਲੇ ਸ਼ਾਹ ਦੀ ਜ਼ਿਆਦਾ ਰਚਨਾ ਉਸ ਸਮੇਂ ਦੀ ਹੈ ਜਦ ਉਹ ਆਪਣੇ ਮੁਰਸ਼ਦ ਸ਼ਾਹ ਅਨਾਇਤ ਕਾਦਰੀ ਦੇ ਮਿਲਾਪ ਬਾਅਦ ਵਿਜੋਗ ਅਵਸਥਾ ਵਿੱਚ ਸੀ। ਉਸ ਨੇ ਮੁਰਸ਼ਦ ਦੇ ਦੁਬਾਰਾ ਮੇਲ ਲਈ ਜੋ ਉਪਰਾਲੇ ਕੀਤੇ ਉਸ ਦਾ ਵਰਣਨ ਵਿਸਥਾਰ ਵਿੱਚ ਉਸ ਦੀਆਂ ਰਚਨਾਵਾਂ ਵਿੱਚ ਬਥੇਰੇ ਮਿਲਦਾ ਹੈ। ਗੁਰੂ ਤੋਂ ਵਿਛੜੇ ਚੇਲੇ ਦੀ ਜੋ ਸਥਿਤੀ ਹੁੰਦੀ ਹੈ, ਬੁੱਲੇ ਸ਼ਾਹ ਨੇ ਉਸ ਨੂੰ ਬੜੀ ਸ਼ਿੱਦਤ ਨਾਲ ਆਪਣੀ ਕਵਿਤਾ ਵਿੱਚ ਪੇਸ਼ ਕੀਤਾ ਹੈ। ਜਦ ਬੁੱਲੇ ਸ਼ਾਹ ਦਾ ਰੁੱਸਿਆ ਹੋਇਆ ਮੁਰਸ਼ਦ ਮੰਨ ਗਿਆ ਤਾਂ ਬੁੱਲੇ ਅੰਦਰ ਫਿਰ ਤੋਂ ਰੂਹਾਨੀ ਮਸਤੀ ਨੱਚਣ ਲੱਗ ਪਈ। ਸੁਰੀਲੀ ਆਵਾਜ਼ ਅਤੇ ਸੋਚ ਦੇ ਖਿੱਚੇ ਅਨਾਇਤ ਸ਼ਾਹ ਕਾਦਰੀ ਨੇ ਬੁੱਲੇ ਸ਼ਾਹ ਨੂੰ ਪਛਾਣ ਲਿਆ ਤੇ ਗਲ ਨਾਲ ਲਾ ਲਿਆ। 1718 ਈਸਵੀ ਵਿੱਚ ਅਨਾਇਤ ਸ਼ਾਹ ਦੇ ਚਲਾਣਾ ਕਰ ਜਾਣ ਪਿੱਛੋਂ ਬੁੱਲੇ ਸ਼ਾਹ ਨੂੰ ਮੁਰਸ਼ਦ ਦੀ ਗੱਦੀ ਤੇ ਵਿਰਾਜਮਾਨ ਕੀਤਾ। 1758 ਵਿੱਚ ਬੁੱਲੇ ਸ਼ਾਹ ਦਾ ਵੀ ਦੇਹਾਂਤ ਹੋ ਗਿਆ। ਬੁੱਲੇ ਸ਼ਾਹ ਦਾ ਮਜ਼ਾਰ ਕਸੂਰ ਵਿੱਚ ਅੱਜ ਵੀ ਸਥਾਪਿਤ ਹੈ। ਬੁੱਲੇ ਸ਼ਾਹ ਦੀਆਂ ਕਾਵ ਰਚਨਾਵਾਂ ਬਾਰੇ ਗੱਲ ਕਰਾਂਗੇ ਹੁਣ ਆਪਾਂ। ਬੁੱਲੇ ਸ਼ਾਹ ਨੇ ਆਪਣੀ ਬਹੁਤ ਸਾਰੀ ਰਚਨਾ ਕਾਫੀਆਂ ਦੇ ਰੂਪ ਵਿੱਚ ਕੀਤੀ। ਬੁੱਲੇ ਸ਼ਾਹ ਦੀਆਂ ਕੁੱਲ ਮਿਲਾ ਕੇ 156 ਕਾਫੀਆਂ ਹਨ, ਪਰ ਇੱਥੇ ਇੱਕ ਗੱਲ ਸਾਫ਼ ਕਰਨੀ ਬਣਦੀ ਹੈ, ਵੱਖ-ਵੱਖ ਸੰਗ੍ਰਹਿਾਂ ਵਿੱਚ ਇਹਨਾਂ ਦੀ ਗਿਣਤੀ ਵੱਖ-ਵੱਖ ਪ੍ਰਾਪਤ ਹੁੰਦੀ ਹੈ, ਕਿਉਂਕਿ ਬੁੱਲੇ ਸ਼ਾਹ ਦੀ ਪ੍ਰਸਿੱਧੀ ਕਾਰਨ ਇਹਨਾਂ ਰਚਨਾਵਾਂ ਵਿੱਚ ਲੋਕਾਂ ਵੱਲੋਂ ਰਲਾ ਕਰ ਦਿੱਤਾ ਗਿਆ। ਬੁੱਲੇ ਸ਼ਾਹ ਦੀਆਂ ਰਚਨਾਵਾਂ ਇਸ ਤਰ੍ਹਾਂ ਹਨ। ਪਹਿਲਾ ਹੈ ਕਾਫੀਆਂ, ਜਿਹੜੀਆਂ 156 ਉਹਨਾਂ ਦੀ ਗਿਣਤੀ, ਅਠਵਾਰਾ 1, ਬਾਰਾਮਾਂ ਦੀ ਗਿਣਤੀ 1, ਸ਼ਿਹਰਫੀਆਂ 3, ਦੋੜੇ 48, ਗੰਢਾਂ ਆਪਣੀਆਂ 40। ਆਪਨੇ ਇਹ ਸੀ ਬੁੱਲੇ ਸ਼ਾਹ ਦੀਆਂ ਕਾਵਿ ਰਚਨਾਵਾਂ। ਹੁਣ ਗੱਲ ਕਰਦੇ ਹਾਂ ਬੁੱਲੇ ਸ਼ਾਹ ਦੇ ਕਲਾ ਪੱਖ ਬਾਰੇ। ਬੁੱਲੇ ਸ਼ਾਹ ਦੇ ਕਲਾ ਪੱਖ ਤੋਂ ਸਾਰੀ ਰਚਨਾ ਬੜੀ ਉੱਤਮ ਹੈ। ਲੈਅ ਅਤੇ ਰਵਾਨੀ ਉਸ ਦੇ ਸਾਰੇ ਕਲਾਮ ਵਿੱਚ ਮੌਜੂਦ ਹੈ। ਉਸ ਦੀਆਂ ਕਾਫੀਆਂ ਨੂੰ ਆਸਾਨੀ ਨਾਲ ਸੰਗੀਤ ਸਹਿਤ ਗਾਇਆ ਜਾ ਸਕਦਾ ਹੈ। ਬੁੱਲੇ ਸ਼ਾਹ ਨੇ ਆਪਣੀ ਕਵਿਤਾ ਨੂੰ ਜਨ ਜੀਵਨ ਦੇ ਬਹੁਤ ਨੇੜੇ ਰੱਖਿਆ ਹੈ। ਆਪਣੇ ਵਿਚਾਰਾਂ ਨੂੰ ਸਮਝਾਉਣ ਲਈ ਉਸ ਨੇ ਘਰੇਲੂ ਜੀਵਨ ਵਿੱਚੋਂ ਚਿੰਨ੍ਹ ਤੇ ਪ੍ਰਤੀਕ ਲਏ ਹਨ। ਬੁੱਲੇ ਸ਼ਾਹ ਰੱਬ ਲਈ ਪੀਆ, ਵਰ, ਮਾਹੀ, ਰਾਂਝਾ ਆਦਿ ਅਤੇ ਆਪਣੇ ਲਈ ਜਾਂ ਜੀਵਾਤਮਾ ਲਈ ਹੀਰ, ਬਰਦੀ, ਕਮਲੀ ਆਦਿ ਪ੍ਰਤੀਕ ਵਰਤਦਾ ਹੈ। ਇਹਨਾਂ ਚਿੰਨ੍ਹਾਂ ਪ੍ਰਤੀਕਾਂ ਕਰਕੇ
ਅਤੇ ਪੰਜਾਬ ਦੇ ਪੇਂਡੂ ਦ੍ਰਿਸ਼ਾਂ ਦੀਆਂ ਉਦਾਹਰਨਾਂ ਕਰਕੇ, ਜਿਵੇਂ ਖੂਹ 'ਤੇ ਪਾਣੀ ਭਰਦੀਆਂ ਮਟਿਆਰਾਂ ਅਤੇ ਚਰਖੇ ਕੱਤਦੀਆਂ ਇਸਤਰੀਆਂ ਆਦਿ ਕਰਕੇ, ਉਸ ਦੀ ਕਵਿਤਾ ਵਿੱਚੋਂ ਪੰਜਾਬੀਅਤ ਦਾ ਰੰਗ ਝਲਕਦਾ ਨਜ਼ਰ ਆਉਂਦਾ ਹੈ। ਬੁੱਲ੍ਹੇ ਸ਼ਾਹ ਨੇ ਸਭ ਤੋਂ ਵੱਧ ਕਾਵਿ ਰੂਪਾਂ, ਰਾਗਾਂ ਤੇ ਰਾਗਣੀਆਂ ਦੀ ਵੀ ਵਰਤੋਂ ਕੀਤੀ। ਇਸ਼ਕ ਦਾ ਕਵੀ ਹੋਣ ਕਰਕੇ ਬੁੱਲ੍ਹੇ ਸ਼ਾਹ ਦੀ ਕਵਿਤਾ ਵਿੱਚ ਬਲਬਲਾ, ਰਾਗ, ਮਿਠਾਸ ਤੇ ਮਸਤੀ ਹੈ। ਬੁੱਲ੍ਹਾ ਅਨਾਇਤ ਸ਼ਾਹ ਤੋਂ ਫਕੀਰੀ ਧਾਰਨ ਕਰਕੇ ਸੂਫੀ ਵਿਚਾਰਾਂ ਨੂੰ ਅਪਣਾਉਂਦਾ ਹੈ। ਉਸ ਦਾ ਰਸੂਲ ਪ੍ਰੇਮ ਮੁਰਸ਼ਦ ਪ੍ਰੇਮ ਵਿੱਚ ਤਬਦੀਲ ਹੋ ਜਾਂਦਾ ਹੈ। ਉਹ ਲਿਖਦਾ ਹੈ, ਮੇਰਾ ਮੁਰਸ਼ਦ ਸ਼ਾਹ ਅਨਾਇਤ ਉਹ ਲੰਘਾਵੇ ਪਾਰ। ਇਸ ਤੋਂ ਇਲਾਵਾ ਬੁੱਲ੍ਹੇ ਸ਼ਾਹ ਅਦਵੈਤਵਾਦੀ ਵਿਚਾਰਧਾਰਾ ਵਾਲਾ ਵੀ ਬਣ ਜਾਂਦਾ ਹੈ ਅਤੇ ਆਤਮਾ ਪਰਮਾਤਮਾ ਦੀ ਏਕਤਾ ਨੂੰ ਵੀ ਅਨੁਭਵ ਕਰਦਾ ਹੈ। ਉਹ ਹੀਰ ਰਾਂਝੇ ਦੇ ਇਸ਼ਕ ਵਿੱਚ ਵੀ ਇਸ਼ਕ ਹਕੀਕੀ ਦੀ ਝਲਕ ਅਨੁਭਵ ਕਰਦਾ ਹੈ। ਹੁਣ ਇੱਥੇ ਇਸ਼ਕ ਦੋ ਤਰ੍ਹਾਂ ਦਾ, ਇਸ਼ਕ ਹਕੀਕੀ ਤੇ ਇਸ਼ਕ ਮਜਾਜੀ। ਬੁੱਲ੍ਹੇ ਸ਼ਾਹ ਕਿਹੜੀ ਇਸ਼ਕ ਨਾਲ ਸੰਬੰਧਿਤ ਹੈ? ਇਸ਼ਕ ਹਕੀਕੀ ਦੇ। ਉਹ ਬੁੱਲ੍ਹੇ ਸ਼ਾਹ ਆਪਣੀ ਕਾਫੀਆਂ ਵਿੱਚ ਵੀ ਇਸ਼ਕ ਹਕੀਕੀ ਦੀ ਗੱਲ ਕਰਦਾ ਹੈ। ਆਪ ਲਿਖਦਾ ਹੈ, ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਢੀਡੋ ਰਾਂਝਾ ਹੀਰ ਨਾ ਆਖੇ ਕੋਈ। ਬੁੱਲ੍ਹੇ ਸ਼ਾਹ ਇਸ਼ਕ ਹਕੀਕੀ ਦੇ ਸਿਖਰ ਤੇ ਪੁੱਜ ਕੇ ਉਹ ਸਾਈ ਨੂੰ ਘੱਟ ਘੱਟ ਵਸਦਾ ਅਨੁਭਵ ਕਰਦਾ ਹੈ। ਇਸ ਅਵਸਥਾ ਤੇ ਪਹੁੰਚ ਕੇ ਉਸਨੂੰ ਸ਼ਰ੍ਹਾ ਦੇ ਸਾਰੇ ਕਰਮ ਫੋਕਟ ਦਿਖਾਈ ਦੇਣ ਲੱਗਦੇ ਹਨ। ਉਹ ਕਹਿਣ ਲੱਗਾ, ਫੂਕ ਮੁਸੱਲਾ ਭੰਨ ਸਿੱਟ ਲੋਟਾ, ਨਾ ਫੜ ਤਸਵੀ ਕਾਸਾ ਸੂਟਾ, ਆਲਮ ਕਹਿੰਦਾ ਦੇ ਦੇ ਹੋਕਾ, ਤਰਕ ਹਲਾਲੋਂ ਖਾ ਮੁਰਦਾਰ, ਇਸ਼ਕ ਦੀ ਨਵੀਓਂ ਨਵੀਂ ਬਹਾਰ। ਬੁੱਲ੍ਹੇ ਸ਼ਾਹ ਦੀ ਰਚਨਾ ਵਿੱਚ ਆਮ ਬੋਲਚਾਲ ਵਾਲੀ ਸ਼ਬਦਾਵਲੀ ਦੀ ਵਰਤੋਂ ਹੋਈ ਹੈ। ਇਹ ਉਹ ਕਾਰਨ ਹੈ ਕਿ ਇਹ ਲੋਕ ਕਾਵਿ ਦੇ ਨਾਲ ਵਧੇਰੇ ਮੇਲ ਖਾਂਦਾ ਹੈ। ਉਸ ਦੀਆਂ ਕਾਫੀਆਂ ਧਾਰਮਿਕ ਕਰਮਕਾਂਡਾਂ ਤੋਂ ਮੁਕਤ ਹੋ ਕੇ ਇਸ਼ਕ ਦੁਆਰਾ ਪ੍ਰਾਪਤ ਹੋਣ ਵਾਲੀ ਰੂਹਾਨੀ ਅਵਸਥਾ ਦੀ ਮਹਿਮਾ ਗਾਉਂਦੀਆਂ ਹਨ। ਉਸ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਂਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਆਪ ਦੀ ਭਾਸ਼ਾ ਵਧੇਰੇ ਠੇਠ, ਸਾਦੀ ਤੇ ਲੋਕ ਪੱਧਰ ਦੇ ਨੇੜੇ ਹੈ। ਲੋਕ ਪੱਧਰ ਦੇ ਨੇੜੇ ਹੋਣ ਕਰਕੇ ਲੋਕਾਂ ਵਿੱਚ ਆਪ ਵਧੇਰੇ ਪ੍ਰਚਲਿਤ ਹੋਏ ਹਨ। ਡਾਕਟਰ ਰਤਨ ਸਿੰਘ ਜੱਗੀ ਨੇ ਵੀ ਕਿਹਾ ਹੈ ਕਿ ਬੁੱਲ੍ਹੇ ਸ਼ਾਹ ਦੀ ਕਵਿਤਾ ਲੋਕ ਕਾਵਿ ਦੇ ਬਹੁਤ ਨੇੜੇ ਹੈ। ਇੱਕ ਤਾਂ ਇਸ ਦਾ ਕਾਰਨ ਇਹ ਹੈ ਕਿ ਉਸਨੇ ਬਾਰਾਂਮਾਹ, ਅਠਵਾਰੇ, ਗੰਢਾ ਆਦਿ ਲੋਕ ਕਾਵਿ ਰੂਪਾਂ ਨੂੰ ਅਪਣਾਇਆ। ਦੂਜਾ ਕਾਰਨ ਹੈ ਉਸਦਾ, ਰਤਨ ਸਿੰਘ ਜੱਗੀ ਇਹ ਮੰਨਦੇ ਹਨ ਕਿ ਉਸਨੇ ਜੋ ਲੋਕ ਬੋਲੀ ਲਈ ਹੈ ਉਸਨੂੰ ਆਪਣੇ ਅਨੁਭਵਾਂ, ਉਸ ਲੋਕ ਬੋਲੀ ਵਿੱਚ ਆਪਣੇ ਅਨੁਭਵਾਂ ਨੂੰ ਪ੍ਰਗਟ ਕੀਤਾ ਹੈ। ਤੀਜਾ, ਰਤਨ ਸਿੰਘ ਜੱਗੀ ਮੰਨਦੇ ਹਨ, ਇਸ ਦਾ ਕਾਰਨ ਇਹ ਆ ਕਿ ਉਸਨੇ ਆਪਣੀ ਸਾਰੀ ਰਚਨਾ ਨੂੰ ਲੋਕ ਕਾਵਿ ਦੇ ਪ੍ਰਕਰਨ ਵਿੱਚ ਪੇਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਬਾਕੀਆਂ ਨਾਲੋਂ ਬੁੱਲ੍ਹੇ ਸ਼ਾਹ ਦੀ ਰਚਨਾ ਜ਼ਿਆਦਾ ਹਰਮਨ ਪਿਆਰੀ ਬਣ ਸਕਣ ਵਿੱਚ ਕਾਮਯਾਬ ਹੁੰਦੀ ਹੈ। ਬੁੱਲ੍ਹੇ ਸ਼ਾਹ ਦੀ ਰਚਨਾ ਲੈਅਬੱਧ ਅਤੇ ਰਾਗਬੱਧ ਵੀ ਹੈ। ਉਸਨੇ ਰਚਨਾ ਵਿੱਚ ਅਲੰਕਾਰ, ਮੁਹਾਵਰੇ, ਲੋਕ ਅਖਾਣ ਤੇ ਛੰਦ ਤਾਲਾਂ ਨਾਲ ਸ਼ਿੰਗਾਰ ਕੇ ਪੇਸ਼ ਕੀਤਾ ਹੈ। ਉਸਦੀ ਰਚਨਾ ਦੇ ਛੰਦ ਦਾ ਰੂਪ ਕਾਫੀ ਹੈ। ਬੁੱਲ੍ਹੇ ਸ਼ਾਹ ਦੀ ਭਾਸ਼ਾ ਉਸਦੇ ਕਲਾਮ ਦੇ ਸਹਿਜੇ ਸੰਚਾਰ ਵਿੱਚ ਵੀ ਵਧੇਰੇ ਸਮਾਈ ਹੋਈ ਹੈ। ਉਹਨੇ ਲਹਿੰਦੀ ਵਿੱਚ ਆਪਣੀ ਕਲਾਮ ਲਿਖਿਆ ਅਤੇ ਅਰਬੀ ਫਾਰਸੀ ਦੇ ਉਹੀ ਸ਼ਬਦ ਵਰਤੇ ਹਨ ਜੋ ਲੋਕਾਂ ਵਿੱਚ ਪ੍ਰਚਲਿਤ ਹਨ। ਬੁੱਲ੍ਹੇ ਸ਼ਾਹ ਦੇ ਖਿਆਲਾਂ ਵਿੱਚ ਗੰਭੀਰਤਾ ਦੀ ਥਾਂ ਇੱਕ ਤੀਬਰ ਵੇਗ ਹੈ। ਉਸ ਦੀ ਬੇਬਾਕ ਸੁਰ ਅਤੇ ਸਰਲ ਭਾਸ਼ਾ ਹਰੇਕ ਨੂੰ ਆਪਣੇ ਵੱਲ ਵਧੇਰੇ ਖਿੱਚਦੀ ਹੈ। ਇਹੀ ਕਾਰਨ ਹੈ ਕਿ ਬੁੱਲ੍ਹੇ ਸ਼ਾਹ ਦੀਆਂ ਰਚਨਾਵਾਂ ਲੋਕਾਂ ਵਿੱਚ ਵਧੇਰੇ ਪ੍ਰਚਲਿਤ ਹੋਈਆਂ ਹਨ। ਪਰੰਤੂ ਉਚੇਰੇ ਮਨੁੱਖੀ ਆਦਰਸ਼ਾਂ ਦਾ ਧਾਰਨੀ ਹੋਣ ਕਰਕੇ ਅੱਜ ਵੀ ਬੁੱਲ੍ਹੇ ਸ਼ਾਹ ਅਤੇ ਉਸ ਦਾ ਕਲਾਮ ਅਮਰ ਹੈ। ਇਹੀ ਕਾਰਨ ਹੈ ਕਿ ਉਸ ਦੇ ਰਚਨਾਵਾਂ ਲੋਕਾਂ ਦੇ ਵਧੇਰੇ ਸਮਝ ਆ ਜਾਂਦੀਆਂ ਹਨ, ਜਿਸ ਕਾਰਨ ਉਹ ਪੰਜਾਬੀ ਦਾ ਹਰਮਨ ਪਿਆਰਾ ਕਵੀ ਹੋ ਨਿਬੜਦਾ ਹੈ। ਇਸ ਦੀ ਅੱਜ ਆਪਾਂ ਕੀਤਾ ਬੁੱਲ੍ਹੇ ਸ਼ਾਹ ਦੇ ਜੀਵਨ, ਰਚਨਾ ਤੇ ਉਸਦੇ ਯੋਗਦਾਨ ਬਾਰੇ। ਹੁਣ ਗੱਲ ਕਰਦੇ ਹਾਂ ਆਪਾਂ ਉਹਦੇ ਬੁੱਲ੍ਹੇ ਸ਼ਾਹ ਦੇ ਜਿਹੜੇ ਵਸਤੂਨਿਸ਼ਟ ਪ੍ਰਸ਼ਨ ਪੁੱਛੇ ਜਾਂਦੇ ਪੇਪਰ ਵਿੱਚ, ਉਹਨਾਂ ਬਾਰੇ ਗੱਲ ਕਰਾਂਗੇ। ਬਹੁ ਵਿਕਲਪੀ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈਗਾ ਜਿਵੇਂ, ਬੁੱਲ੍ਹੇ ਸ਼ਾਹ ਕਿਸ ਕਾਵਿਧਾਰਾ ਦਾ ਕਵੀ ਹੈ? ਜਿਵੇਂ ਪਹਿਲਾ ਆਪਸ਼ਨ ਹੈਗੀ ਗੁਰਮਤਿ ਕਾਵਿਧਾਰਾ, ਦੂਜਾ ਕਿੱਸਾ ਕਾਵਿਧਾਰਾ, ਤੀਜਾ ਸੂਫੀ ਕਾਵਿਧਾਰਾ, ਚੌਥਾ ਹੈਗਾ ਵਾਰ ਕਾਵਿਧਾਰਾ। ਤਾਂ ਬੁੱਲ੍ਹੇ ਸ਼ਾਹ ਮੈਂ ਤੁਹਾਨੂੰ ਦੱਸਿਆ ਕਿਹੜੀ ਕਾਵਿਧਾਰਾ ਨਾਲ ਸੰਬੰਧਿਤ ਹੈ? ਸੂਫੀ ਕਾਵਿਧਾਰਾ ਨਾਲ ਸੰਬੰਧਿਤ ਕਵੀ ਹੈ। ਦੂਜਾ, ਬੁੱਲ੍ਹੇ ਸ਼ਾਹ ਦਾ ਜਨਮ ਕਦੋਂ ਹੋਇਆ? 1695, 1670 ਜਾਂ
1700 ਜਾਂ 1690। ਤਾਂ ਇਹਨਾਂ ਵਿੱਚੋਂ ਆਪਸ਼ਨ ਕੋਈ ਵੀ ਸਹੀ ਨਹੀਂ ਹੈਗੀ। ਆਪਾਂ ਇੱਥੇ ਕਿਹੜੀ ਕਰਨੀ ਸੀ ਆਪਸ਼ਨ, ਜਿਹੜੀ ਹੈਗੀ ਆ ਬੁੱਲੇ ਸ਼ਾਹ ਦਾ ਜਨਮ ਹੋਇਆ 1680 ਈਸਵੀ ਵਿੱਚ। ਠੀਕ ਹੈ, ਇਹ ਆਪਸ਼ਨਾਂ ਕੋਈ ਵੀ ਨਹੀਂ ਸਹੀ ਹੈਗੀਆਂ ਇਹਨਾਂ 'ਚ। ਤਾਂ ਬੁੱਲੇ ਸ਼ਾਹ ਦਾ ਜਨਮ ਹੈ ਜਿਹੜਾ ਉਹ 1680 ਈਸਵੀ ਵਿੱਚ ਹੋਇਆ। ਤੀਜਾ ਹੈਗਾ ਬੁੱਲੇ ਸ਼ਾਹ ਦੇ ਪਿਤਾ ਦਾ ਕੀ ਨਾਂ ਸੀ। ਬੁੱਲੇ ਸ਼ਾਹ ਦੇ ਪਿਤਾ ਦਾ ਨਾਮ ਸੈयद ਮੁਹੰਮਦ ਦਰਵੇਸ਼ ਸੀ। ਠੀਕ ਹੈ, 4 ਆਪਸ਼ਨਾਂ ਦਿੱਤੀਆਂ, ਇਹਨਾਂ 'ਚ ਜਿਹੜਾ ਸੈयद ਮੁਹੰਮਦ ਦਰਵੇਸ਼ ਬੁੱਲੇ ਸ਼ਾਹ ਦੇ ਪਿਤਾ ਦਾ ਨਾਮ ਸੀ। ਚੌਥਾ ਹੈਗਾ ਬੁੱਲੇ ਸ਼ਾਹ ਦੇ ਮੁਰਸ਼ਦ ਦਾ ਨਾਂ ਕੀ ਸੀ। ਆਪਸ਼ਨਾਂ ਦਿੱਤੀਆਂ ਗੁਲਾਮ ਮੁਹੰਮਦ, ਸਖੀ ਦਰਵੇਸ਼, ਅਨਾਇਤ ਸ਼ਾਹ ਕਾਦਰੀ, ਸਖੀ ਦਰਵੇਸ਼ ਪੀਰ। ਤਾਂ ਬੁੱਲੇ ਸ਼ਾਹ ਦੇ ਮੁਰਸ਼ਦ ਦਾ ਨਾਮ ਸੀ ਅਨਾਇਤ ਸ਼ਾਹ ਕਾਦਰੀ ਤੇ ਉਹਨਾਂ ਦੇ ਪਿਤਾ ਦਾ ਨਾਮ ਸੀ ਸਖੀ ਦਰਵੇਸ਼ ਜਾਂ ਸੈयद ਮੁਹੰਮਦ ਦਰਵੇਸ਼। ਬੁੱਲੇ ਸ਼ਾਹ ਦਾ ਸੰਬੰਧ ਕਿਸ ਸਦੀ ਨਾਲ ਹੈ। ਆਪਸ਼ਨਾਂ ਦਿੱਤੀਆਂ 18ਵੀਂ, 17ਵੀਂ, 15ਵੀਂ, 20ਵੀਂ। ਤਾਂ ਬੁੱਲੇ ਸ਼ਾਹ ਦਾ ਸੰਬੰਧ ਹੈ ਜਿਹੜਾ 18ਵੀਂ ਸਦੀ ਨਾਲ ਆ। ਤੇ 18ਵੀਂ ਸਦੀ ਨੂੰ ਕਿਹੜਾ ਕਾਲ ਮੰਨਿਆ ਜਾਂਦਾ, ਉੱਤਰ ਮੁਗਲ ਕਾਲ ਜਾਂ ਉੱਤਰ ਨਾਨਕ ਕਾਲ ਜਾਂ ਪਛਲੇਰਾ ਮੁਗਲ ਕਾਲ ਜਾਂ ਪਛਲੇਰਾ ਨਾਨਕ ਕਾਲ ਮੰਨਿਆ ਜਾਂਦਾ। ਠੀਕ ਹੈ, 18ਵੀਂ ਸਦੀ ਨੂੰ ਹੋਰ ਨਾਵਾਂ ਨਾਲ ਜੇ ਪੁੱਛਿਆ ਜਾਵੇ 18ਵੀਂ ਸਦੀ ਨੂੰ ਕਿਹੜੀ ਨਾਵਾਂ ਨਾਲ ਜਾਣਿਆ ਜਾਂਦਾ, ਇਸ ਨੂੰ ਉੱਤਰ ਮੁਗਲ ਕਾਲ ਨਾਲ ਵੀ ਜਾਣਿਆ ਜਾ ਸਕਦਾ, ਉੱਤਰ ਨਾਨਕ ਕਾਲ ਨਾਲ ਵੀ ਜਾਣਿਆ ਜਾ ਸਕਦਾ, ਪਛਲੇਰੇ ਮੁਗਲ ਕਾਲ ਨਾਲ ਵੀ ਜਾਣਿਆ ਜਾ ਸਕਦਾ। ਠੀਕ ਹੈ, ਤਾਂ ਬੁੱਲੇ ਸ਼ਾਹ ਦਾ ਸੰਬੰਧ ਉੱਤਰ ਮੁਗਲ ਕਾਲ ਨਾਲ ਵੀ ਆ, ਉੱਤਰ ਨਾਨਕ ਕਾਲ ਨਾਲ ਵੀ ਆ, 18ਵੀਂ ਸਦੀ ਨਾਲ ਵੀ ਆ। ਅਗਲਾ ਪ੍ਰਸ਼ਨ ਹੈਗਾ ਬੁੱਲੇ ਸ਼ਾਹ ਨੇ ਕਿੰਨੀਆਂ ਕਾਫੀਆਂ ਲਿਖੀਆਂ। ਬੁੱਲੇ ਸ਼ਾਹ ਨੇ ਕੀ ਹੈ, ਪਹਿਲੇ ਆਪਸ਼ਨ ਦਿੱਤੀ ਹੈ 151, 157, 156, 160। ਤਾਂ ਆਪਾਂ ਕਾਵਿ ਰਚਨਾਵਾਂ ਵਿੱਚ ਕੀਤਾ ਸੀ ਬੁੱਲੇ ਸ਼ਾਹ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਹੈ, 156 ਕਾਫੀਆਂ ਦੀ ਰਚਨਾ ਕੀਤੀ ਹੈ। ਠੀਕ ਹੈ, ਅਗਲਾ ਪ੍ਰਸ਼ਨ ਹੈਗਾ ਬੁੱਲੇ ਸ਼ਾਹ ਕਿਹੋ ਜਿਹਾ ਸੂਫੀ ਸੀ। ਬੁੱਲੇ ਸ਼ਾਹ ਜਿਵੇਂ ਸ਼ਰ੍ਹਾ ਦਾ ਪਾਬੰਦ ਸੀ, ਸ਼ਰ੍ਹਾ ਦਾ ਵਿਰੋਧੀ ਸੀ, ਨਮਾਜ਼ੀ ਸੀ ਜਾਂ ਕੱਚਾ ਪੱਕਾ। ਤਾਂ ਉਹ ਕੀ ਸ਼ਰ੍ਹਾ ਦਾ ਵਿਰੋਧੀ ਸੀ। ਅਗਲਾ ਪ੍ਰਸ਼ਨ ਹੈਗਾ ਕਿਸ ਕਵੀ ਨੂੰ ਸੂਫੀਵਾਦ ਦਾ ਸਿਖਰ ਕਿਹਾ ਜਾਂਦਾ ਹੈ। ਸ਼ੇਖ ਫਰੀਦ, ਸ਼ਾਹ ਹੁਸੈਨ, ਬੁੱਲੇ ਸ਼ਾਹ ਜਾਂ ਸੁਲਤਾਨ ਬਾਹੂ। ਤਾਂ ਸੂਫੀਵਾਦ ਦਾ ਸਿਖਰ ਕਿਸ ਕਵੀ ਨੂੰ ਮੰਨਿਆ ਜਾਂਦਾ, ਬੁੱਲੇ ਸ਼ਾਹ ਨੂੰ ਮੰਨਿਆ ਜਾਂਦਾ। ਠੀਕ ਹੈ, ਜੇ ਸੂਫੀ ਕਾਵਿ ਦੀ ਸ਼ੁਰੂਆਤ ਪੁੱਛੀ ਜਾਵੇ, ਸੂਫੀ ਕਾਵਿ ਦਾ ਪਹਿਲੇ ਪੜਾਅ ਨਾਲ ਸੰਬੰਧਿਤ ਕਵੀ, ਤਾਂ ਉਹ ਸੀਗਾ ਸ਼ੇਖ ਫਰੀਦ। ਠੀਕ ਹੈ, ਜੇ ਪੁੱਛਿਆ ਜਾਵੇ ਸੂਫੀ ਕਾਵਿ ਦੇ ਤੀਜੇ ਪੜਾਅ ਦਾ ਕਵੀ ਕਿਹੜਾ, ਤਾਂ ਤੀਜੇ ਪੜਾਅ ਦਾ ਕਵੀ ਜਿਹੜਾ ਬੁੱਲੇ ਸ਼ਾਹ। ਅਗਲਾ ਪ੍ਰਸ਼ਨ ਹੈਗਾ ਬੁੱਲੇ ਸ਼ਾਹ ਦਾ ਇਸ਼ਕ ਕਿਹੋ ਜਿਹਾ ਸੀ, ਵੀ ਇਸ਼ਕ ਮਜਾਜੀ ਜਾਂ ਇਸ਼ਕ ਹਕੀਕੀ। ਤਾਂ ਬੁੱਲੇ ਸ਼ਾਹ ਤੇ ਜਿਹੜਾ ਇਸ਼ਕ ਸੀ ਉਹ ਇਸ਼ਕ ਹਕੀਕੀ ਸੀ। ਉਸਨੇ ਇਸ਼ਕ ਮਜਾਜੀ ਨੂੰ ਇਸ਼ਕ ਮਜਾਜੀ ਨੂੰ ਨਹੀਂ ਪਹਿਲ ਤਾਂ ਦਿੱਤੀ, ਉਹਨੇ ਕੀ ਹੈ ਇਸ਼ਕ ਹਕੀਕੀ ਨੂੰ ਪਹਿਲ ਦਿੱਤੀ ਸੀ। ਇਸ਼ਕ ਮਜਾਜੀ ਜਿਹੜਾ ਦੁਨਿਆਵੀ ਪਿਆਰ ਆ ਤੇ ਇਸ਼ਕ ਹਕੀਕੀ ਜਿਹੜਾ ਰੱਬ ਨਾਲ ਪਿਆਰ ਕਰਨਾ। ਤਾਂ ਇਸ ਕਰਕੇ ਬੁੱਲੇ ਸ਼ਾਹ ਨੇ ਕਿਹੜੇ ਇਸ਼ਕ ਨੂੰ ਪਹਿਲ ਦਿੱਤੀ ਹੈ, ਇਸ਼ਕ ਹਕੀਕੀ ਨੂੰ। ਬੁੱਲੇ ਸ਼ਾਹ ਦੀਆਂ ਕਾਫੀਆਂ ਦੀ ਬੋਲੀ ਕਿਹੋ ਜਿਹੀ ਹੈ। ਬੁੱਲੇ ਸ਼ਾਹ ਦੀ ਕਾਫੀਆਂ ਦੀ ਬੋਲੀ ਸਰਲ ਤੇ ਮਿੱਠੀ ਹੈ। ਇਸੇ ਕਰਕੇ ਉਹ ਕੀ ਹੈ, ਉਸ ਦੀਆਂ ਜਿਹੜੀਆਂ ਕਾਵਿ ਰਚਨਾਵਾਂ ਲੋਕਾਂ ਵਿੱਚ ਵਧੇਰੇ ਪ੍ਰਚਲਿਤ ਹੋਈਆਂ ਹਨ। ਤੇ ਇਹੀ ਕਾਰਨ ਹੈ ਕਿ ਬੁੱਲੇ ਸ਼ਾਹ ਲੋਕਾਂ ਵਿੱਚ ਕਾਫੀ ਹਰਮਨ ਪਿਆਰਾ ਕਵੀ ਹੋ ਨਿਬੜਦਾ ਹੈ। ਇਹ ਸੀ ਅੱਜ ਆਪਾਂ ਇਸ ਲੈਕਚਰ ਵਿੱਚ ਕੀਤਾ ਬੁੱਲੇ ਸ਼ਾਹ ਦੇ ਜੀਵਨ, ਰਚਨਾ ਤੇ ਯੋਗਦਾਨ ਬਾਰੇ ਅਤੇ ਉਸ ਦੇ ਨਾਲ ਸੰਬੰਧਿਤ ਜਿਹੜੇ ਬਹੁਤ ਵਿਕਲਪੀ ਪ੍ਰਸ਼ਨ ਵੀ ਸੀ ਉਹਨਾਂ ਬਾਰੇ ਗੱਲ ਕੀਤੀ ਸੀ। ਹੁਣ ਆਪਾਂ ਅਗਲੇ ਲੈਕਚਰ ਵਿੱਚ ਬੁੱਲੇ ਸ਼ਾਹ ਦੀਆਂ ਕਾਫੀਆਂ ਜੋ ਤੁਹਾਨੂੰ ਸਿਲੇਬਸ ਵਿੱਚ ਲੱਗੀਆਂ ਹੋਈਆਂ ਹਨ, ਕਾਵਿ ਤਰੰਗਾ ਪੁਸਤਕ ਵਿੱਚ ਲੱਗੀਆਂ, ਉਹਨਾਂ ਬਾਰੇ ਗੱਲ ਕਰਾਂਗੇ ਅਗਲੇ ਲੈਕਚਰ ਵਿੱਚ। ਠੀਕ ਹੈ, ਬੁੱਲੇ ਸ਼ਾਹ ਦੀਆਂ ਕਾਫੀਆਂ ਬਾਰੇ ਗੱਲ ਕਰਾਂਗੇ। ਧੰਨਵਾਦ।